TFSA यानी कि टैक्स फ्री सेविंग अकाउंट ਤੇ RRSP यानी कि रजिस्टर्ड रिटायरमेंट सेविंग प्लान। ਹੁਣ ਇਹਨਾਂ ਦੋਵਾਂ ਚੋਂ ਕਿਹੜਾ ਬਿਹਤਰ ਹੈ? ਇਹ ਸਵਾਲ ਹਰ ਇਨਵੈਸਟਰ ਤੇ ਹਰ ਫਾਈਨੈਂਸ਼ੀਅਲ ਪਲੈਨਰ ਦੇ ਸਾਹਮਣੇ ਅਕਸਰ ਬਣਿਆ ਰਹਿੰਦਾ ਹੈ। ਜੇਕਰ ਸੱਚਮੁੱਚ ਹੀ ਇਹਨਾਂ ਦੇ ਵਿੱਚ ਕੋਈ ਮੁਕਾਬਲਾ ਹੋ ਸਕਦਾ ਹੁੰਦਾ ਤਾਂ ਸ਼ਾਇਦ ਅਸੀਂ ਕਿਸੇ ਇੱਕ ਨੂੰ ਵਿਨਰ ਡਿਕਲੇਅਰ ਕਰ ਦਿੰਦੇ, ਪਰ ਅਜਿਹਾ ਬਿਲਕੁਲ ਨਹੀਂ ਹੈ। ਇਹ ਦੋਵੇਂ ਹੀ ਤੁਹਾਡੇ ਫਾਈਨੈਂਸ਼ੀਅਲ ਪਲੈਨਿੰਗ ਦੇ ਬਹੁਤ ਹੀ ਇੰਪੋਰਟੈਂਟ ਹਿੱਸੇ ਨੇ। ਬਸ ਕਮੀ ਅਗਰ ਇੱਕ ਹੈ ਤਾਂ ਉਹ ਇਹ ਹੈ ਕਿ ਇਹ ਫਾਈਨੈਂਸ਼ੀਅਲ ਪਲੈਨਿੰਗ ਹੀ ਸਾਡੀ ਇੰਪੋਰਟੈਂਟ ਬਕਟ ਲਿਸਟ ਵਿੱਚ ਨਹੀਂ ਹੈ। TFSA ਬਾਰੇ ਮੈਂ ਆਪਣੇ ਕੁਝ ਪਿਛਲੇ ਐਪੀਸੋਡਸ ਦੇ ਵਿੱਚ ਬੜੇ ਡਿਟੇਲ 'ਚ ਡਿਸਕਸ ਕੀਤਾ ਹੈ ਤੇ ਜੇਕਰ ਤੁਸੀਂ ਉਹਨਾਂ ਐਪੀਸੋਡਸ ਨੂੰ ਵੇਖਦੇ ਹੋ ਤਾਂ ਤੁਹਾਨੂੰ TFSA ਬਾਰੇ ਬਹੁਤ ਕੁਝ ਜਾਣਕਾਰੀ ਮਿਲੇਗੀ ਤੇ ਇਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਨੀਚੇ ਦਿੱਤਾ ਹੋਇਆ ਹੈ। ਪਰ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ TFSA ਤੇ RRSP ਦੇ ਵਿੱਚ ਕੀ ਫਰਕ ਹੈ। TFSA ਖੁਲਵਾਉਣਾ ਕਦੋਂ ਬਿਹਤਰ ਹੈ, RRSP ਖੁਲਵਾਉਣੀ ਕਦੋਂ ਬਿਹਤਰ ਹੈ। ਅਗਰ ਅਸੀਂ ਦੋਨਾਂ ਨੂੰ ਮਿਲਾ ਕੇ ਖੁਲਵਾਉਂਦੇ ਹਾਂ ਤਾਂ ਕਿਸ ਤਰੀਕੇ ਨਾਲ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਅਸੀਂ ਇਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ ਤੇ TFSA ਤੇ RRSP ਨੂੰ ਲੈ ਕੇ ਕੁਝ ਹੋਰ ਫੰਡੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਇਹ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ। TFSA ਤੇ RRSP ਦੇ ਵਿੱਚ ਜੋ ਚੀਜ਼ ਕਾਮਨ ਹੈ ਉਹ ਇਹ ਕਿ ਇਹ ਦੋਨੋਂ ਹੀ ਰਜਿਸਟਰਡ ਸੇਵਿੰਗ ਪਲਾਨਸ ਨੇ, ਯਾਨੀ ਕਿ ਇਹਨਾਂ ਦਾ ਕੰਟਰੋਲ ਜਾਂ ਇਹਨਾਂ ਦੀ ਰੈਗੂਲੇਸ਼ਨ CRA ਕਰਦੀ ਹੈ ਔਰ ਦੋਵਾਂ ਦੇ ਵਿੱਚ ਹੀ ਇਨਵੈਸਟਮੈਂਟ ਦੇ ਵਿੱਚ ਹੋ ਰਹੀ ਗਰੋਥ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਪਰ ਇਸ ਦੇ ਬਾਵਜੂਦ ਵੀ ਕੁਝ ਐਸੇ ਫਰਕ ਨੇ ਜਿਹੜੇ ਕਿ TFSA ਨੂੰ RRSP ਤੋਂ ਬਿਲਕੁਲ ਹੀ ਅਲੱਗ ਕਰ ਦਿੰਦੇ ਨੇ ਤੇ ਅੱਜ ਆਪਾਂ ਇੱਕ ਇੱਕ ਕਰਕੇ ਇਹਨਾਂ ਫੰਡਿਆਂ ਨੂੰ ਦੇਖਦੇ ਨੇ ਕਿ TFSA ਤੇ RRSP ਦੇ ਵਿੱਚ ਕੀ ਡਿਫਰੈਂਸਿਸ ਨੇ ਤੇ ਕਿਹੜਾ ਬਿਹਤਰ ਹੈ। ਲੇਕਿਨ ਇੱਕ ਵਾਰ ਫਿਰ ਮੈਂ ਇਹੀ ਕਹਾਂਗਾ ਕਿ ਇਸ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈ। ਇਹਨਾਂ ਦੀ ਬਿਹਤਰੀ ਜਾਂ ਕਿਹੜਾ TFSA ਜਾਂ RRSP ਕਦੋਂ ਬਿਹਤਰ ਹੈ ਇਹ ਡਿਪੈਂਡ ਕਰੇਗਾ ਕਿ ਤੁਹਾਡੀਆਂ ਜ਼ਰੂਰਤਾਂ ਕਿਹੋ ਜਿਹੀਆਂ ਨੇ। ਇਸ ਕਰਕੇ ਹੁਣ ਅਸੀਂ ਡਿਸਕਸ ਕਰਦੇ ਹਾਂ TFSA ਤੇ RRSP ਦੇ ਵਿੱਚ ਕੀ ਫਰਕ ਹੁੰਦਾ ਹੈ। ਹੁਣ ਜਦੋਂ ਗੱਲ ਆਉਂਦੀ ਹੈ TFSA ਜਾਂ RRSP ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਤਾਂ ਫਿਰ ਉਸ ਵੇਲੇ ਸਭ ਤੋਂ ਪਹਿਲਾ ਕ੍ਰਾਈਟੇਰੀਆ ਇਹ ਵੇਖਿਆ ਜਾਂਦਾ ਹੈ ਕਿ ਤੁਹਾਡੀ ਟੈਕਸੇਬਲ ਇਨਕਮ ਕਿੰਨੀ ਹੈ। ਜਿਵੇਂ ਕਿ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਮਦਨ ਘੱਟ ਹੁੰਦੀ ਹੈ ਜਾਂ ਜਿੱਦਾਂ ਨਿਊ ਇਮੀਗ੍ਰੈਂਟਸ ਹੈਗੇ ਨੇ ਅਜੇ ਆਮਦਨ ਘੱਟ ਹੁੰਦੀ ਹੈ ਤੇ ਟੈਕਸੇਸ਼ਨ ਵੱਲ ਜ਼ਿਆਦਾ ਧਿਆਨ ਨਹੀਂ ਹੁੰਦਾ ਜਾਂ ਟੈਕਸ ਬਚਾਉਣ ਦੀ ਜ਼ਿਆਦਾ ਪ੍ਰਾਇੋਰਟੀ ਨਹੀਂ ਹੁੰਦੀ। ਹੁਣ ਉਸ ਸਮੇਂ TFSA ਜਿਸ ਦੇ ਵਿੱਚ ਕਿ ਤੁਹਾਡੀ ਇਨਵੈਸਟਮੈਂਟ ਟੈਕਸ ਫ੍ਰੀ ਗਰੋ ਹੁੰਦੀ ਹੈ, ਲੇਕਿਨ TFSA ਵਿੱਚ ਕੀਤੀ ਹੋਈ ਇਨਵੈਸਟਮੈਂਟ ਦੇ ਨਾਲ ਤੁਹਾਡਾ ਟੈਕਸ ਘਟਦਾ ਨਹੀਂ ਹੈ, ਯਾਨੀ ਕਿ ਉਹ ਆਫਟਰ ਟੈਕਸ ਡਾਲਰ 'ਚੋਂ ਇਨਵੈਸਟਮੈਂਟ ਕੀਤੀ ਜਾਂਦੀ ਹੈ, ਇਸ ਲਈ ਉਸ ਦਾ ਪ੍ਰਭਾਵ ਤੁਹਾਡੀ ਟੈਕਸੇਸ਼ਨ ਦੇ ਉੱਤੇ ਨਹੀਂ ਪੈਂਦਾ। ਇਸ ਦੇ ਉਲਟ RRSP TFSA ਵਾਂਗ ਹੀ ਉਸ ਵਿੱਚ ਵੀ ਰਕਮ ਟੈਕਸ ਫ੍ਰੀ ਗਰੋ ਹੁੰਦੀ ਹੈ, ਪਰ ਜਿਹੜੀ ਰਕਮ ਦਾ ਹਿੱਸਾ ਅਸੀਂ ਆਪਣੀ ਆਮਦਨ ਦੇ ਵਿੱਚੋਂ RRSP 'ਚ ਜਮ੍ਹਾਂ ਕਰਵਾਉਂਦੇ ਹਾਂ ਉਹ ਸਾਡੀ ਆਮਦਨ ਦੇ ਵਿੱਚੋਂ ਨਿਕਲ ਜਾਂਦੀ ਹੈ, ਯਾਨੀ ਕਿ ਉਸ ਆਮਦਨ ਦੇ ਉੱਤੇ ਟੈਕਸ ਨਹੀਂ ਲੱਗਦਾ। ਤਾਂ ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ RRSP ਦੇ ਨਾਲ ਜਾਂ RRSP 'ਚ ਇਨਵੈਸਟ ਕਰਕੇ ਸਾਡਾ ਟੈਕਸ ਬਚਦਾ ਹੈ ਤਾਂ ਫਿਰ ਹਰ ਇੱਕ ਨੂੰ RRSP ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ। ਹੁਣ ਇੱਥੇ ਇੱਕ ਚੀਜ਼ ਦੇਖਣੀ ਬੜੀ ਜ਼ਰੂਰੀ ਹੈ ਕਿ ਤੁਹਾਡੀ ਟੈਕਸੇਬਲ ਇਨਕਮ ਕਿੰਨੀ ਹੈ, ਕਿਉਂਕਿ ਜੇਕਰ ਜਿਵੇਂ ਮੈਂ ਪਹਿਲੇ ਹੀ ਕਿਹਾ ਹੈ ਕਿ ਅਗਰ ਤੁਸੀਂ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੋ ਔਰ ਤੁਹਾਡੀ ਆਮਦਨ ਘੱਟ ਹੈ ਤਾਂ ਫਿਰ RRSP ਦੇ ਵਿੱਚ ਕੀਤੀ ਹੋਈ ਇਨਵੈਸਟਮੈਂਟ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਨਹੀਂ ਦੇ ਪਾਏਗੀ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਆਮਦਨ ਘੱਟ ਹੋਣ ਕਰਕੇ ਤੁਸੀਂ ਆਮਦਨ ਟੈਕਸ ਜਾਂ ਇਨਕਮ ਟੈਕਸ ਦੀ ਲੋਅਰ ਸਲੈਬ ਦੇ ਵਿੱਚ ਆਉਂਦੇ ਹੋਵੋਗੇ। ਹੁਣ ਜੇਕਰ ਤੁਸੀਂ ਉਸ ਸਮੇਂ RRSP ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਮਿਲਣ ਵਾਲਾ ਟੈਕਸ ਦਾ ਬੈਨੀਫਿਟ ਕੋਈ ਬਹੁਤ ਵੱਡਾ ਨਹੀਂ ਹੋਵੇਗਾ। ਹੁਣ ਇਸ ਦੇ ਉਲਟ ਮੰਨ ਲਵੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਟੈਕਸੇਬਲ ਇਨਕਮ ਵੱਧ ਜਾਵੇਗੀ ਔਰ ਤੁਸੀਂ ਆਪਣੇ RRSP 'ਚ ਕੰਟਰੀਬਿਊਟ ਕਰ ਚੁੱਕੇ ਹੋ, ਇਸ ਦਾ ਮਤਲਬ ਕਿ RRSP ਦਾ ਕੰਟਰੀਬਿਊਸ਼ਨ ਰੂਮ ਯੂਜ਼ ਕਰ ਚੁੱਕੇ ਹੋ ਜਦੋਂ ਤੁਹਾਡੀ ਆਮਦਨ ਘੱਟ ਸੀ, ਤਾਂ ਹੁਣ ਜਦੋਂ ਤੁਹਾਡੀ ਆਮਦਨ ਵੱਧ ਗਈ ਹੈ ਤੁਸੀਂ ਉਸ ਕੰਟਰੀਬਿਊਸ਼ਨ ਰੂਮ ਤੋਂ ਵਾਂਝੇ ਰਹਿ ਜਾਵੋਗੇ। ਫਿਰ ਕੀ ਹੋਵੇਗਾ? ਆਮਦਨ ਵੱਧ ਗਈ, RRSP 'ਚ ਇਨਵੈਸਟ ਤਾਂ ਕਰ ਰਹੇ ਹੋ ਲੇਕਿਨ RRSP 'ਚ ਇਨਵੈਸਟ ਕਰਨ ਦੀ ਲਿਮਿਟ ਬਣ ਗਈ। ਹੁਣ ਤੁਸੀਂ ਉਸ RRSP ਦਾ ਪੂਰਾ ਫਾਇਦਾ ਨਹੀਂ ਚੱਕ ਪਾਏ ਕਿਉਂਕਿ ਤੁਹਾਡੇ ਕੋਲ ਕੰਟਰੀਬਿਊਸ਼ਨ ਰੂਮ ਨਹੀਂ ਬਚਿਆ। ਸੋ ਇਸ ਕਰਕੇ ਫਾਈਨੈਂਸ਼ੀਅਲ ਪਲੈਨਰ ਹਮੇਸ਼ਾ ਇਹੀ ਕਹਿੰਦੇ ਨੇ ਕਿ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ
TFSA ਦੇ ਵਿੱਚ ਇਨਵੈਸਟ ਕਰਨਾ ਜ਼ਿਆਦਾ ਬਿਹਤਰ ਹੈ ਔਰ ਤੁਸੀਂ TFSA 'ਚ ਇਨਵੈਸਟ ਕਰਕੇ ਆਪਣੀ RRSP ਦੇ ਕੰਟਰੀਬਿਊਸ਼ਨ ਨੂੰ ਵਧਣ ਦੇ ਸਕਦੇ ਹੋ ਤਦ ਤੱਕ ਜਦੋਂ ਤੁਹਾਨੂੰ ਵਾਕਈ ਹੀ ਲੱਗਦਾ ਹੈ ਕਿ ਤੁਹਾਡੀ ਆਮਦਨ ਹੁਣ ਇੰਨੀ ਹੋ ਗਈ ਹੈ ਕਿ RRSP ਦੇ ਵਿੱਚ ਇਨਵੈਸਟ ਕਰਨ ਦੇ ਨਾਲ ਤੁਹਾਨੂੰ ਇਨਕਮ ਟੈਕਸ ਦਾ ਬਹੁਤ ਵੱਡਾ ਬੈਨੀਫਿਟ ਮਿਲ ਸਕਦਾ ਹੈ। ਇਸ ਕਰਕੇ TFSA ਔਰ RRSP ਦੇ ਵਿੱਚ ਜਿਹੜਾ ਪਹਿਲਾ ਸਭ ਤੋਂ ਵੱਡਾ ਡਿਫਰੈਂਸ ਵੇਖਣ ਵਾਲਾ ਇਹੀ ਹੁੰਦਾ ਹੈਗਾ ਕਿ ਤੁਸੀਂ ਆਪਣੀ ਆਮਦਨ ਦੇ ਕਿਸ ਲੈਵਲ ਤੇ ਤੁਸੀਂ ਕਿੱਥੇ ਇਨਵੈਸਟ ਕਰਦੇ ਹੋ। ਅਗਰ ਘੱਟ ਆਮਦਨ ਹੈ ਤਾਂ TFSA ਵਿੱਚ ਇਨਵੈਸਟ ਕਰਨਾ ਜ਼ਿਆਦਾ ਰਿਕਮੈਂਡਡ ਹੈ। ਅਗਰ ਤੁਹਾਡੀ ਆਮਦਨ ਜ਼ਿਆਦਾ ਹੈ ਤਾਂ ਫਿਰ RRSP ਤੁਹਾਨੂੰ ਜ਼ਿਆਦਾ ਬੈਨੀਫਿਟ ਦੇ ਸਕਦਾ ਹੈ ਕਿਉਂਕਿ ਉਹ ਤੁਹਾਨੂੰ ਸਿੱਧੇ ਤੌਰ ਤੇ ਟੈਕਸ ਬਚਾ ਕੇ ਦੇ ਸਕਦਾ ਹੈ। TFSA ਤੇ RRSP ਨੂੰ ਲੈ ਕੇ ਜਿਹੜਾ ਦੂਸਰਾ ਵੱਡਾ ਡਿਫਰੈਂਸ ਨਜ਼ਰ ਆਉਂਦਾ ਹੈ ਉਹ ਹੈ ਇਹਨਾਂ ਦੋਨਾਂ ਦੇ ਵਿਚਲੀ ਇਨਵੈਸਟਮੈਂਟ ਦਾ ਟਾਈਮ ਹੋਰਾਈਜ਼ਨ। ਟਾਈਮ ਹੋਰਾਈਜ਼ਨ ਦਾ ਭਾਵ ਇਹ ਹੈ ਕਿ ਤੁਹਾਨੂੰ ਉਸ ਇਨਵੈਸਟਮੈਂਟ ਦੀ ਕਦੋਂ ਲੋੜ ਪੈਂਦੀ ਹੈ। ਹੁਣ ਜੇਕਰ ਤੁਸੀਂ ਆਪਣੀਆਂ ਕੁਝ ਸ਼ਾਰਟ ਟਰਮ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ TFSA ਉੱਥੇ ਬਹੁਤ ਹੀ ਜ਼ਿਆਦਾ ਢੁਕਵਾਂ ਹੈ। ਜਿਵੇਂ ਕਿ ਮੈਂ ਆਪਣੇ ਪਿਛਲੇ ਐਪੀਸੋਡਸ ਵਿੱਚ ਵੀ ਡਿਸਕਸ ਕੀਤਾ ਸੀ TFSA ਬਾਰੇ ਕਿ TFSA ਦੇ ਵਿੱਚੋਂ ਜਦੋਂ ਮਰਜ਼ੀ ਚਾਹੇ ਰਕਮ ਕਢਵਾਈ ਜਾ ਸਕਦੀ ਹੈ। ਹੁਣ ਮੰਨ ਲਵੋ ਅਗਲੇ ਸਾਲ ਤੁਸੀਂ ਕਾਰ ਲੈਣੀ ਹੈ ਜਾਂ ਤੁਸੀਂ ਵਰਲਡ ਟੂਰ ਤੇ ਕਿਤੇ ਜਾਣਾ ਹੈ ਜਾਂ ਕੁਝ ਵੀ ਤੁਸੀਂ ਛੋਟਾ ਮੋਟਾ ਖਰਚਾ ਕਰਨਾ ਹੈ ਤਾਂ ਤੁਸੀਂ TFSA ਨੂੰ ਇਸਤੇਮਾਲ ਕਰ ਸਕਦੇ ਹੋ ਕਿਉਂਕਿ TFSA 'ਚ ਇਨਵੈਸਟ ਕਰਕੇ ਤੁਸੀਂ ਇੱਕ ਤਾਂ ਟੈਕਸ ਫਰੀ ਗਰੋਥ ਦਾ ਬੈਨੀਫਿਟ ਲੈ ਸਕਦੇ ਹੋ ਤੇ ਜਦੋਂ ਚਾਹੇ ਉਸ ਦੇ ਵਿੱਚੋਂ ਆਪਣੀ ਰਕਮ ਵਿਡਰਾ ਕਰਵਾ ਸਕਦੇ ਹੋ। ਪਰ ਇਸ ਦੇ ਉਲਟ RRSP ਦੇ ਵਿੱਚ ਸ਼ਾਰਟ ਟਰਮ ਇਨਵੈਸਟਮੈਂਟ ਦੀਆਂ ਸ਼ਾਰਟ ਟਰਮ ਡਿਡਕਸ਼ਨਸ ਦੀ ਸੁਵਿਧਾ ਇੰਨੀ ਸੌਖੀ ਨਹੀਂ ਹੈ ਕਿਉਂਕਿ ਜਦੋਂ ਅਸੀਂ RRSP ਦੇ ਵਿੱਚ ਰਕਮ ਜਮ੍ਹਾਂ ਕਰਵਾਉਂਦੇ ਹਾਂ ਤਾਂ ਉਸ ਵੇਲੇ ਅਸੀਂ ਉਸ ਦੇ ਅਗੇਂਸਟ ਟੈਕਸ ਦੀ ਛੋਟ ਵੀ ਲੈਂਦੇ ਹਾਂ। ਹੁਣ ਜੇਕਰ ਅਸੀਂ ਜਲਦੀ ਹੀ ਇਸ ਦੇ ਵਿੱਚੋਂ ਰਕਮ ਵਿਡਰਾ ਕਰਾਉਂਦੇ ਹਾਂ ਜਾਂ ਜਦੋਂ ਵੀ ਅਸੀਂ ਰਕਮ ਵਿਡਰਾ ਕਰਾਉਂਦੇ ਹਾਂ ਤਾਂ ਕੁਝ ਹਾਲਾਤਾਂ ਨੂੰ ਛੱਡ ਕੇ RRSP ਦੇ ਵਿੱਚੋਂ ਕਢਵਾਈ ਹੋਈ ਰਕਮ ਦੇ ਉੱਤੇ ਟੈਕਸ ਦੇਣਾ ਪੈ ਸਕਦਾ ਜਿਹਨੂੰ ਅਸੀਂ ਵਿਦਹੋਲਡਿੰਗ ਟੈਕਸ ਕਹਿੰਦੇ ਹਾਂ। ਜੇਕਰ ਅਸੀਂ ਰਿਟਾਇਰਮੈਂਟ ਪਲੈਨਿੰਗ ਕਰਨੀ ਹੈ ਜਿਹੜੀ ਕਿ ਲੰਬੇ ਸਮੇਂ ਦੀ ਪਲੈਨਿੰਗ ਹੈ ਆਪਣਾ ਪੈਸਾ RRSP ਦੇ ਵਿੱਚ ਟੈਕਸ ਫਰੀ ਗਰੋ ਹੁੰਦਾ ਰਹੇਗਾ। ਜੇਕਰ ਅਸੀਂ ਫਸਟ ਟਾਈਮ ਹੋਮ ਬਾਇਰ ਹਾਂ ਤੇ ਅਗਰ ਅਸੀਂ ਆਪਣੀ RRSP ਦੇ ਵਿੱਚੋਂ ਰਕਮ ਕਢਵਾਉਂਦੇ ਹਾਂ ਤਾਂ ਉੱਥੇ ਸਾਨੂੰ ਬਿਨਾਂ ਟੈਕਸ ਦੇ ਪਰ ਪਰਸਨ 35,000 ਤੱਕ RRSP 'ਚ ਕਢਵਾਉਣ ਦੀ ਛੋਟ ਮਿਲ ਸਕਦੀ ਹੈ। ਜਾਂ ਇਸੇ ਤਰੀਕੇ ਨਾਲ $20,000 ਤੱਕ ਅਸੀਂ ਲਾਈਫ ਲੌਂਗ ਲਰਨਿੰਗ ਪਲਾਨ ਲਈ ਆਪਣੀ RRSP 'ਚੋਂ ਬਿਨਾਂ ਟੈਕਸ ਦਿੱਤਿਆਂ ਰਕਮ ਕਢਵਾ ਸਕਦੇ ਹਾਂ। ਪਰ ਇਸ ਦੇ ਇਲਾਵਾ ਜਦੋਂ ਵੀ ਅਸੀਂ RRSP ਦੇ ਵਿੱਚੋਂ ਆਪਣੀ ਰਕਮ ਕਢਵਾਵਾਂਗੇ ਸਾਨੂੰ ਉਸ 'ਤੇ ਵਿਦਹੋਲਡਿੰਗ ਟੈਕਸ ਦੇਣਾ ਪਵੇਗਾ। ਸੋ ਜੇਕਰ ਸਾਡੀਆਂ ਸ਼ਾਰਟ ਟਰਮਸ ਰਿਕੁਆਇਰਮੈਂਟਸ ਨੇ ਸ਼ਾਰਟ ਟਰਮਸ ਨੀਡਸ ਨੇ ਜਾਂ ਅਸੀਂ ਕੁਝ ਸਮੇਂ ਲਈ ਹੀ ਆਪਣੀ ਰਕਮ ਜੋੜਨਾ ਚਾਹੁੰਦੇ ਹਾਂ ਤੇ ਮਾਰਕੀਟ ਦੀ ਇਨਵੈਸਟਮੈਂਟ ਦਾ ਫਾਇਦਾ ਲੈਣਾ ਚਾਹੁੰਦੇ ਹਾਂ ਤਾਂ TFSA ਉੱਤੇ ਬਹੁਤ ਹੀ ਜ਼ਿਆਦਾ ਢੁਕਵਾਂ ਹੈ। ਪਰ ਸਾਡੀਆਂ ਲੌਂਗ ਟਰਮ ਨੀਡਸ ਲਈ RRSP ਦਾ ਕੋਈ ਬਦਲ ਨਹੀਂ ਹੈ। ਇੱਕ ਹੋਰ ਫਰਕ ਜੋ TFSA ਨੂੰ RRSP ਤੋਂ ਅਲੱਗ ਕਰਦਾ ਹੈ ਉਹ ਹੈ ਅਕਾਊਂਟ ਖੁਲਾਉਣ ਦੀਆਂ ਸ਼ਰਤਾਂ। ਹੁਣ RRSP ਦੀ ਗੱਲ ਕਰੀਏ ਤਾਂ RRSP ਖੁਲਾਉਣ ਲਈ ਕੈਨੇਡਾ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ ਔਰ ਦੂਸਰੀ ਗੱਲ ਟੈਕਸ ਫਾਈਲ ਕਰਨਾ ਵੀ ਜ਼ਰੂਰੀ ਹੈ ਕਿਉਂਕਿ RRSP ਦੇ ਵਿੱਚ ਕੰਟਰੀਬਿਊਸ਼ਨ ਕਰਨ ਲਈ ਤੁਹਾਡੀ ਆਮਦਨ ਦੀ 18% ਜਾਂ ਇੱਕ ਤੈਅਸ਼ੁਦਾ ਰਕਮ ਤੱਕ ਤੁਹਾਨੂੰ ਲਿਮਿਟ ਮਿਲਦੀ ਹੈ ਜਿਸ ਵਿੱਚ ਤੁਸੀਂ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ। ਤੇ ਦੂਸਰਾ RRSP ਦੇ ਵਿੱਚ ਕੰਟਰੀਬਿਊਟ ਕਰਨ ਦੀ ਮੈਕਸਿਮਮ ਲਿਮਿਟ ਉਮਰ ਦੀ ਤੈਅ ਕੀਤੀ ਗਈ ਹੈ 71 ਸਾਲ, ਯਾਨੀ ਕਿ 71 ਸਾਲ ਤੱਕ ਹੀ ਤੁਸੀਂ ਆਪਣੇ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਤੁਹਾਡੀ ਇਹ RRSP ਹਰ ਹਾਲਤ ਵਿੱਚ ਰਿਫ ਦੇ ਵਿੱਚ ਬਦਲ ਜਾਵੇਗੀ। ਹੁਣ ਇਸ ਦੇ ਉਲਟ ਜੇਕਰ ਅਸੀਂ TFSA ਦੀ ਗੱਲ ਕਰੀਏ ਤਾਂ TFSA ਦੀ ਖੁਲਵਾਉਣ ਨੂੰ ਸ਼ਰਤਾਂ ਜਿਹੜੀਆਂ ਆਪਾਂ ਨੂੰ ਮੰਨਣੀਆਂ ਪੈਂਦੀਆਂ ਨੇ ਉਹ ਹੈ ਕਿ ਸਾਡੀ ਉਮਰ 18 ਸਾਲ ਜਾਂ 18 ਸਾਲ ਤੋਂ ਜ਼ਿਆਦਾ ਤੇ ਸਾਡੇ ਕੋਲ ਕੈਨੇਡੀਅਨ ਰੈਜ਼ੀਡੈਂਸੀ ਔਰ ਵੈਲਿਡ ਸਿਨ ਹੋਣਾ ਚਾਹੀਦਾ ਹੈ। ਔਰ TFSA ਦੇ ਵਿੱਚ ਰਕਮ ਜਮ੍ਹਾਂ ਕਰਵਾਉਣ ਦੀ ਅਪਰ ਲਿਮਿਟ ਉਮਰ ਦੀ ਕੋਈ ਵੀ ਨਹੀਂ ਹੈ, ਯਾਨੀ ਕਿ 71 ਸਾਲ ਤੋਂ ਬਾਅਦ ਵੀ ਤੁਸੀਂ TFSA ਦੇ ਵਿੱਚ ਆਪਣੀ ਰਕਮ ਜਮ੍ਹਾਂ ਕਰਵਾ ਸਕਦੇ ਹੋ। ਇੱਥੇ ਇੱਕ ਫੰਡਾ ਮੈਂ ਤੁਹਾਨੂੰ ਯਾਦ ਨਾਲ ਦੱਸਣਾ ਚਾਹਾਂਗਾ ਜਿਹੜਾ ਕਿ ਬਹੁਤ ਸਾਰੇ ਲੋਕ ਮਿਸ ਕਰ ਜਾਂਦੇ ਨੇ, ਉਹ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਹੋਵੋ ਜਾਂ ਤੁਸੀਂ ਵਰਕ ਪਰਮਿਟ ਤੇ ਤੁਸੀਂ ਚਾਹੋ ਤਾਂ ਜਿੰਨੀ ਜਲਦੀ ਆਪਣਾ TFSA ਅਕਾਊਂਟ ਖੁਲਵਾ ਸਕਦੇ ਹੋ ਕਿਉਂਕਿ ਇਹਦੇ ਲਈ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਨਾ ਜ਼ਰੂਰੀ ਨਹੀਂ ਹੈ। TFSA ਜਾਂ RRSP ਇਹਨਾਂ ਦੋਵਾਂ ਦੇ ਵਿੱਚ ਇਨਵੈਸਟਮੈਂਟ ਉਹਨਾਂ ਦੇ ਵਿੱਚ ਮੌਜੂਦ ਕੰਟਰੀਬਿਊਸ਼ਨ ਰੂਮ ਦੇ ਮੁਤਾਬਕ ਹੀ ਕੀਤੀ ਜਾਂਦੀ ਹੈ। ਇਹ ਕੰਟਰੀਬਿਊਸ਼ਨ ਰੂਮ ਹਰ ਸਾਲ ਦੀ ਇੱਕ ਤੈਅਸ਼ੁਦਾ ਲਿਮਿਟ ਹੁੰਦੀ ਹੈ ਜਿਹੜੀ ਕਿ RRSP ਤੇ TFSA ਦੀ ਅਲੱਗ-ਅਲੱਗ ਤਰੀਕੇ ਨਾਲ ਨਿਰਧਾਰਿਤ ਕੀਤੀ ਜਾਂਦੀ ਹੈ, ਪਰ ਸਾਡੀ ਕੰਟਰੀਬਿਊਸ਼ਨ ਇਸ ਕੰਟਰੀਬਿਊਸ਼ਨ ਰੂਮ ਦੇ ਮੁਤਾਬਕ ਹੀ ਹੋਵੇਗੀ। ਹੁਣ ਜਿੱਥੇ ਇਹਨਾਂ ਦੋਨਾਂ ਦੇ ਵਿੱਚ ਇਨਵੈਸਟਮੈਂਟਸ ਕੰਟਰੀਬਿਊਸ਼ਨ ਰੂਮ ਦੇ ਮੁਤਾਬਕ ਹੁੰਦੀ ਹੈ ਔਰ ਕੰਟਰੀਬਿਊਸ਼ਨ ਰੂਮ ਨਾ ਇਸਤੇਮਾਲ ਕੀਤਾ ਜਾਵੇ ਤਾਂ ਉਹ ਅਗਲੇ ਸਾਲਾਂ ਦੇ ਵਿੱਚ ਜੁੜ ਜਾਂਦਾ ਹੈ।
ਪਰ ਇਹੀ ਕੰਟਰੀਬਿਊਸ਼ਨ ਰੂਮ ਦੇ ਵਿੱਚ ਇੱਕ ਫਰਕ ਜਿਹੜਾ ਕਿ ਇਹਨਾਂ ਦੋਨਾਂ ਨੂੰ ਅਲੱਗ ਕਰਦਾ ਹੈ ਉਹ ਇਹ ਹੈ ਕਿ ਅਗਰ ਤੁਸੀਂ RRSP ਦੇ ਵਿੱਚੋਂ ਜਦ ਵੀ ਆਪਣੀ ਰਕਮ ਵਿਡਰਾ ਕਰਵਾਉਂਦੇ ਹੋ ਤਾਂ ਤੁਹਾਡਾ ਉਹ ਕੰਟਰੀਬਿਊਸ਼ਨ ਰੂਮ ਖਤਮ ਹੋ ਜਾਂਦਾ ਹੈ। ਯਾਨੀ ਕਿ ਜਿਹੜੀ ਰਕਮ ਤੁਸੀਂ ਆਪਣੀ RRSP ਚੋਂ ਵਿਡਰਾ ਕਰਵਾ ਲਈ ਹੁਣ ਉਹ ਤੁਹਾਡੇ ਕੰਟਰੀਬਿਊਸ਼ਨ ਰੂਮ ਦਾ ਹਿੱਸਾ ਨਹੀਂ ਰਹਿੰਦੀ, ਤੁਸੀਂ ਉਸ ਰਕਮ ਨੂੰ ਦੁਬਾਰਾ ਕੰਟਰੀਬਿਊਸ਼ਨ ਰੂਮ ਦੇ ਵਿੱਚ ਜਮ੍ਹਾਂ ਨਹੀਂ ਕਰਵਾ ਸਕਦੇ। ਇਸ ਦੇ ਉਲਟ TFSA ਦੇ ਵਿੱਚ ਇੱਕ ਬਹੁਤ ਵੱਡੀ ਸਹੂਲਤ ਇਹ ਹੈ ਕਿ ਅਗਰ ਤੁਸੀਂ ਕਿਸੇ ਸਾਲ ਆਪਣੇ TFSA ਵਿੱਚੋਂ ਰਕਮ ਵਿਡਰਾ ਕਰਵਾ ਲੈਂਦੇ ਹੋ ਤਾਂ ਤੁਹਾਡਾ ਉਹ ਕੰਟਰੀਬਿਊਸ਼ਨ ਰੂਮ ਖਾਲੀ ਹੋ ਜਾਂਦਾ ਹੈ ਤੇ ਹਰ 1 ਜਨਵਰੀ ਨੂੰ ਉਹ ਕੰਟਰੀਬਿਊਸ਼ਨ ਰੂਮ ਦੁਬਾਰਾ ਤੁਹਾਡੇ ਨਵੇਂ ਕੰਟਰੀਬਿਊਸ਼ਨ ਰੂਮ ਦੇ ਨਾਲ ਜੁੜ ਜਾਂਦਾ ਹੈ। ਯਾਨੀ ਕਿ ਜੋ ਰਕਮ ਤੁਸੀਂ ਆਪਣੇ TFSA 'ਚ ਵਿਡਰਾ ਕਰਵਾਈ ਹੁੰਦੀ ਹੈ ਉਹ ਤੁਹਾਡੇ ਕੰਟਰੀਬਿਊਸ਼ਨ ਰੂਮ ਨਾਲ ਜੁੜ ਕੇ ਅਗਲੇ ਸਾਲ 1 ਜਨਵਰੀ ਨੂੰ ਫਿਰ ਇੱਕ ਵੱਡਾ ਕੰਟਰੀਬਿਊਸ਼ਨ ਰੂਮ ਤੁਹਾਨੂੰ ਦੇ ਜਾਂਦੀ ਹੈ। RRSP ਤੇ TFSA ਦੀ ਕੰਟਰੀਬਿਊਸ਼ਨ ਨੂੰ ਲੈ ਕੇ ਇੱਕ ਡਿਫਰੈਂਸ ਹੋਰ ਹੈ, ਉਹ ਹੈ ਇਹਨਾਂ ਦੀ ਕੰਟਰੀਬਿਊਸ਼ਨ ਦੀ ਡੈਡਲਾਈਨ, ਯਾਨੀ ਕਿ ਉਹ ਡੇਟ ਜਿੱਥੇ ਤੱਕ ਕਿ ਕਿਸੇ ਇੱਕ ਸਾਲ ਦੇ ਵਿੱਚ ਤੁਸੀਂ RRSP ਜਾਂ TFSA 'ਚ ਕੰਟਰੀਬਿਊਟ ਕਰ ਸਕਦੇ ਹੋ। ਜੇਕਰ ਅਸੀਂ RRSP ਦੀ ਗੱਲ ਕਰੀਏ ਤਾਂ RRSP ਦੀ ਕੰਟਰੀਬਿਊਸ਼ਨ ਡੈਡਲਾਈਨ 1 ਮਾਰਚ ਲਗਭਗ ਹਰ ਸਾਲ ਦੇ ਵਿੱਚ 1 ਮਾਰਚ ਹੀ ਹੁੰਦੀ ਹੈ। ਔਰ ਜੇਕਰ ਅਸੀਂ TFSA ਦੀ ਡੈਡਲਾਈਨ ਕਰੀਏ ਕੰਟਰੀਬਿਊਸ਼ਨ ਦੀ, ਉਸ ਦੀ ਗੱਲ ਕਰੀਏ ਤਾਂ TFSA ਕੰਟਰੀਬਿਊਸ਼ਨ ਦੀ ਡੈਡਲਾਈਨ ਹਰ ਸਾਲ 31 ਦਸੰਬਰ ਹੁੰਦੀ ਹੈ ਤੇ 1 ਜਨਵਰੀ ਨੂੰ ਹਰ TFSA ਅਕਾਊਂਟ ਦੀ ਨਵੀਂ ਲਿਮਿਟ ਉਹਦੇ ਵਿੱਚ ਜੁੜ ਜਾਂਦੀ ਹੈ। ਹਾਂਜੀ ਫਰੈਂਡਸ, ਹੁਣ TFSA ਜਾਂ RRSP ਦੋਨਾਂ ਚੋਂ ਕਿਹੜਾ ਬਿਹਤਰ ਹੈ ਤੁਹਾਡੇ ਲਈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕੈਰੀਅਰ ਦੇ ਕਿਸ ਪੜਾਅ ਦੇ ਵਿੱਚ ਹੈਗੇ ਹੋ। ਜ਼ਿੰਦਗੀ ਦੀ ਸ਼ੁਰੂਆਤ ਹੈਗੀ ਹੈ, ਤੁਹਾਡੀਆਂ ਲੋੜਾਂ ਅਲੱਗ ਨੇ ਤੇ ਜ਼ਿੰਦਗੀ ਦੇ ਲੇਟਰ ਸਮੇਂ ਦੇ ਵਿੱਚ ਜਾਂ ਬਾਅਦ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਲੋੜਾਂ ਬਿਲਕੁਲ ਅਲੱਗ ਹੋਣਗੀਆਂ। ਲੇਕਿਨ ਇੱਕ ਫਾਈਨੈਂਸ਼ੀਅਲ ਪਲੈਨਰ ਤੁਹਾਨੂੰ ਵਧੀਆ ਤਰੀਕੇ ਨਾਲ ਪਲਾਨ ਬਣਾ ਕੇ ਇਹ ਦੱਸ ਸਕਦਾ ਹੈ ਕਿ ਤੁਹਾਡੇ ਲਈ ਕਦੋਂ ਕਿਹੜੀ ਇਨਵੈਸਟਮੈਂਟ ਕਰਨੀ ਜ਼ਿਆਦਾ ਢੁਕਵੀਂ ਹੈ। ਸੋ ਹਮੇਸ਼ਾ ਰეკਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਕਿਸੇ ਫਾਈਨੈਂਸ਼ੀਅਲ ਪਲੈਨਰ ਨਾਲ ਬੈਠ ਕੇ ਆਪਣੀ ਇਸ ਇਨਵੈਸਟਮੈਂਟ ਦੀ ਪਲੈਨਿੰਗ ਨੂੰ ਕਰੋ ਤਾਂ ਕਿ ਜਦੋਂ ਵੀ ਜ਼ਿੰਦਗੀ ਦਾ ਜਿਹੜਾ ਪੜਾਅ ਹੋਵੇ TFSA ਜਾਂ RRSP ਦੇ ਵਿੱਚੋਂ ਤੁਸੀਂ ਆਪਣਾ ਪੂਰਾ ਫਾਇਦਾ ਲੈ ਸਕੋ। ਬਹੁਤ ਅੱਛੀਆਂ ਇਨਵੈਸਟਮੈਂਟਸ ਆਪਸ਼ਨ ਹੈ ਕਿਉਂਕਿ ਤੁਹਾਡੀ ਰਕਮ ਟੈਕਸ ਫ੍ਰੀ ਗਰੋ ਹੁੰਦੀ ਹੈ, ਲੇਕਿਨ ਸਿਰਫ ਟਾਈਮਿੰਗ ਇੰਨੀ ਇੰਪੋਰਟੈਂਟ ਹੈ ਇਸ ਇਨਵੈਸਟਮੈਂਟ ਦੇ ਵਿੱਚ ਕਿ ਇਹੀ TFSA ਇਹੀ RRSP ਤੁਹਾਡੇ ਫਿਊਚਰ ਨੂੰ ਬਹੁਤ ਹੀ ਸਿਕਿਉਰ ਕਰ ਸਕਦੇ ਨੇ। ਫਰੈਂਡਸ, ਉਮੀਦ ਹੈ ਕਿ TFSA ਤੇ RRSP ਨੂੰ ਲੈ ਕੇ ਤੁਹਾਡਾ ਇਹ ਫੰਡਾ ਕਲੀਅਰ ਹੋ ਗਿਆ ਹੋਵੇਗਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਸੋਮਵਾਰ ਤੁਹਾਡੇ ਲਈ ਕੋਈ ਨਵਾਂ ਫੰਡਾ ਜਾਂ ਨਵੀਂ ਜਾਣਕਾਰੀ ਲੈ ਕੇ ਆਈਏ ਤਾਂ ਕਿ ਤੁਸੀਂ ਇੰਸ਼ੋਰੈਂਸ ਤੇ ਇਨਵੈਸਟਮੈਂਟਸ ਦੇ ਨਾਲ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕੋ। ਤੇ ਸਾਨੂੰ ਚਾਹੀਦੀ ਹੈ ਤੁਹਾਡੀ ਸਪੋਰਟ ਇਸ ਚੈਨਲ ਨੂੰ ਹਰ ਉਸ ਵਿਅਕਤੀ ਤੱਕ ਪਹੁੰਚਾਉਣ ਲਈ ਜਿਹਨੂੰ ਵਾਕਈ ਹੀ ਫਾਈਨੈਂਸ਼ੀਅਲ ਪਲੈਨਿੰਗ ਦੀ ਜ਼ਰੂਰਤ ਹੈ ਤੇ ਇਸ ਵਿੱਚ ਤੁਸੀਂ ਸਾਡਾ ਸਾਥ ਦੇ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਕੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲੇ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ।